कवन वडाई जो तू देहे सो कहा स्वामी। मैं मूर्ख कहन ना जाई। तेरे कवन कवन गुण कह कह गावा। तू साहिब गुणी निधाना। तुमरी महिमा बरन न साकों। तू ठाकुर ऊच भगवाना। श्री गुरु ग्रंथ साहिब पातशाह महाराज जी दी पावन पवित्र हजूरी अंदर जुड़ बैठी गुरु प्यारी साध संगत जी, आओ गुरु साहिब जी की पावन बाणी की जो विचार है उस दिन उसनू आप दे नाल साझा किया जाए। महाराज लगातार आपां 4-5 दिनों तो हरि दे नाम दे विच की लाभ ने उस दी कथा श्रवण कर रहे हैं। क्योंकि गुरु जेड़े भी वचन कहंदा है, जेड़ियां भी गल्लां कहंदा है, वो उसने अनुभव कीतियां हुंदियां ने। सतपुरुष दे मुख चों निकले हुए बोल अनुभवी बोल हुंदे ने, पूरे हुंदे ने, अधूरे नहीं। आपां विचार कर रहे सी, जे किते भगती दे विच परमात्मा की किरपा दे नाल मनुख लग जाए, उसनूं की प्राप्त हुंदा है। महाराज जी का यह बचन सी, आपां शुरू दे विच ही इनू पढ़िया सी। प्रभ कै सिमरन रिद्ध सिद्ध नौ निध। कि परमात्मा की बंदगी करन दे नाल मनुख कोल रिद्धियां सिद्धियां नौ निधियां आ जांदियां ने। हुण ये बोल महाराज जी ने कहे ने और ये सत ने। इन्हां बोलां दी मिसाल साडे कोल इतिहास विच ही अज तो 1000 साल पहलां 2000 साल पहलां जिहड़े भगत होए ने उन्हां दे जीवन चों मिलदी है। गुरबाणी प्रामाणिक तां है जो जो गुरबाणी कह रही है, इस दे जिहड़े प्रमाण ने सानू साडी जिंदगी चों मिलदे ने। या गुरु साहिबाना दे टाइम जिहड़े सिख होए, गुरमुख जन होए, उन्हां दी जिंदगी दे विचों मिले उन्हां दी जिंदगी चों जिहड़े मनुख गुरु दे कहे हुए बोल नूं अपनी जिंदगी च लागू कर लेंदे ने, उन्हां दी जिंदगी विच बदलाव आ जांदा है। गुरु दी कही हुई गल नूं अपनी जिंदगी च उतारन वाले लोग जिंदगी दे विच महान बन जांदे ने। और अज ताईं ऐसियां गाथावां साडी जिंदगी दे विच असीं वेखियां ने और बड़े लोगों की जिंदगी विच सुनिया भी ने। साध संगत, जिस दिन भगत प्रहलाद परमात्मा के नाम वाल लगे, कहते ने वो अपने घर तो जा रहे सी
ਰਾਸਤੇ ਦੇ ਵਿੱਚ ਕਿਸੇ ਘੁਮਿਆਰ ਨੇ ਬਰਤਨ ਮਿੱਟੀ ਦੇ ਬਣਾ ਕੇ ਗਰਮ ਕਰਨ ਦੇ ਲਈ, ਪਕਾਉਣ ਦੇ ਲਈ ਖੱਡੇ ਵਿੱਚ ਬੰਦ ਕੀਤੇ ਹੋਏ ਸੀ। ਉਹ ਬੰਦ ਕੀਤੇ ਹੋਏ ਉਹਨਾਂ ਦੇ ਵਿੱਚ ਇੱਕ ਬੱਚਾ, ਛੋਟੇ ਛੋਟੇ ਕੁੱਤਿਆਂ ਦਾ, ਕੁੱਤੀ ਦਾ ਬੱਚਾ ਇੱਕ, ਉਹ ਵੀ ਵਿੱਚ ਚਲਾ ਗਿਆ। ਹੁਣ ਉਹ ਘੁਮਾਰ ਤੇ ਘੁਮਾਰੀ ਰੋ ਰਹੇ ਨੇ ਵੀ ਜੇ ਕਿਤੇ ਇਹ ਵਿੱਚ ਹੀ ਸੜ ਗਿਆ ਸਾਨੂੰ ਤੇ ਬੜਾ ਪਾਪ ਲੱਗੇਗਾ। ਕਹਿੰਦੇ ਇਹਦਾ ਜੇ ਪਾਪ ਲੱਗੇਗਾ ਇਹਦਾ ਹੁਣ ਪ੍ਰਾਇਸ਼ਚਿਤ ਕਿਵੇਂ ਕਰੀਏ। ਦੋਵਾਂ ਜਣਿਆਂ ਨੇ, ਸਾਰਿਆਂ ਨੇ ਹੋਰਾਂ ਨੂੰ ਵੀ ਸੱਦਿਆ, ਇਕੱਠੇ ਹੋ ਕੇ ਅਰਦਾਸ ਕਰਨ ਲੱਗ ਗਏ, ਹੇ ਪ੍ਰਮਾਤਮਾ ਇਹਨਾਂ ਨੂੰ ਬਚਾ। ਭਗਤ ਪ੍ਰਹਿਲਾਦ ਜੀ ਉੱਥੋਂ ਲੰਘੇ, ਉਹ ਕਹਿੰਦੇ ਕੀ ਕਰ ਰਹੇ ਹੋ? ਬੱਚਾ ਇੱਕ ਐਵੇਂ ਚਲਾ ਗਿਆ ਹੈ, ਉਹਦੇ ਲਈ ਅਰਦਾਸ ਕਰ ਰਹੇ ਹਾਂ। ਕਹਿੰਦੇ ਉਹ ਬਚ ਜਾਏਗਾ ਐਵੇਂ? ਕਹਿੰਦੇ ਹਾਂ, ਪਰਮੇਸ਼ਰ ਦੇ ਅੱਗੇ ਜੇ ਬੇਨਤੀ ਕਰੀਏ ਪਰਮੇਸ਼ਰ ਬਚਾ ਲੈਂਦਾ ਹੈ। ਕਹਿੰਦੇ ਚਲੋ ਜਿਸ ਦਿਨ ਇਹ ਖੋਲ੍ਹਣਾ ਹੈ ਨਾ, ਮਿੱਟੀ ਉੱਤੇ ਪਾਈ ਹੋਈ ਹੈ, ਅੱਗ ਚੋਂ ਜਿਸ ਦਿਨ ਇਹ ਬਾਹਰ ਕੱਢਣੇ ਨੇ ਘੜੇ, ਮੈਨੂੰ ਉਸ ਦਿਨ ਬੁਲਾਇਓ। 2-3 4 ਦਿਨਾਂ ਬਾਅਦ ਜਦੋਂ ਵੀ ਬਾਹਰ ਕੱਢੇ, ਭਗਤ ਪ੍ਰਹਿਲਾਦ ਵੀ ਉੱਥੇ ਗਏ। ਜਾ ਕੇ ਵੇਖਿਆ, ਉਹਨਾਂ ਨੇ ਉਹ ਘੜਾ ਬਾਹਰ ਕੱਢਿਆ, ਉਹਦੇ ਵਿੱਚ ਉਹ ਬੱਚੇ ਬਚ ਗਏ। ਅੱਗ ਨਾ ਲੱਗੀ, ਰਹੇ ਅੱਗ 'ਚ, ਅੱਗ ਨਾ ਲੱਗੀ। ਉਸ ਦਿਨ ਉਹ ਕਹਿਣ ਲੱਗੇ ਅੱਜ ਮੇਰੇ ਮਨ 'ਚ ਵਿਸ਼ਵਾਸ ਆ ਗਿਆ ਹੈ, ਪਰਮੇਸ਼ਰ ਬੜੀ ਅਦੁੱਤੀ ਸ਼ਕਤੀ ਹੈ। ਉਸੇ ਦਿਨ ਹੀ ਪਰਮੇਸ਼ਰ ਦਾ ਨਾਮ ਜਪਣ ਲੱਗ ਗਿਆ। ਉਸੇ ਦਿਨ ਕਈ ਲੋਕ ਸਿਰਫ ਇੱਕ ਬਚਨ ਮੰਨ ਕੇ ਪੂਰੀ ਜ਼ਿੰਦਗੀ ਸਵਾਰ ਲੈਂਦੇ ਨੇ। ਕਈ ਵਾਰੀ ਸਾਰੀ ਜ਼ਿੰਦਗੀ ਬਚਨ ਸੁਣੇ ਜਾਂਦੇ ਨੇ, ਜ਼ਿੰਦਗੀ ਨਹੀਂ ਸਵਰਦੀ। ਕਈ ਵਾਰੀ ਇੱਕ ਘਟਨਾ ਸੁਣੀ ਹੋਈ ਜ਼ਿੰਦਗੀ ਬਦਲ ਜਾਂਦੀ ਹੈ, ਕਿਵੇਂ ਹਜ਼ਾਰਾਂ ਘਟਨਾਵਾਂ ਸੁਣੀਆਂ ਹੁਣ ਜ਼ਿੰਦਗੀ ਨਹੀਂ ਬਦਲਦੀ। ਗੁਰੂ ਜਿਹੜੇ ਵੀ ਬੋਲ ਕਹਿੰਦਾ ਹੈ, ਜਿਹੜੇ ਵੀ ਬੋਲ ਬੋਲਦਾ ਹੈ, ਉਹ ਬੋਲ ਪਹਿਲਾਂ ਜ਼ਿੰਦਗੀ ਦੇ ਵਿੱਚ ਲਾਗੂ ਹੋਏ ਹੁੰਦੇ ਨੇ। ਜਿੰਨੇ ਵੀ ਬੋਲ ਆਪਾਂ ਵੇਖਦੇ ਹਾਂ, ਗੁਰੂ ਤੇਗ ਬਹਾਦਰ ਸਿਮਰੇ ਹੈ, ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਇਹ ਜਿਹੜਾ ਬਚਨ ਹੈ, ਸਭ ਥਾਈਂ ਹੋਏ ਸਹਾਏ, ਇਹ ਸਾਨੂੰ ਪ੍ਰਮਾਣਿਕ ਹੋਇਆ ਮਿਲਦਾ ਹੈ। ਜਿਹੜਾ ਵੀ ਭਾਵਨਾ ਦੇ ਨਾਲ ਗੁਰੂ ਨੂੰ ਯਾਦ ਕਰਦਾ ਹੈ, ਗੁਰੂ ਉਹਦੇ ਘਰ ਚਲਾ ਜਾਂਦਾ ਹੈ। ਇਹ ਪ੍ਰਮਾਣਿਕਤਾ ਸਾਨੂੰ ਇਹ ਤਰਾਵੜੀ ਦੀ ਧਰਤੀ ਤੋਂ ਭਾਈ ਦੇਵਾ ਰਾਮ ਦੀ ਜ਼ਿੰਦਗੀ 'ਚੋਂ ਮਿਲਦੀ ਹੈ। ਦੇਵਾ ਰਾਮ ਦਾ ਇਹ ਘਰ ਇਹ ਦੱਸਦਾ ਹੈ, ਜਿਸ ਨੇ ਵੀ ਗੁਰੂ ਨੂੰ ਯਾਦ ਕੀਤਾ, ਪਰਮੇਸ਼ਰ ਨੂੰ ਯਾਦ ਕੀਤਾ, ਪਰਮੇਸ਼ਰ ਉਹਦੇ ਘਰ ਪਹੁੰਚ ਗਿਆ। ਸਿਰਫ ਗੱਲ ਇੰਨੀ ਹੈ, ਗੁਰੂ ਨੇ ਜੋ ਬਚਨ ਕਹੇ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰਨ ਦੀ। ਬਸ ਉਹਦੇ ਵਿੱਚ ਇੱਕ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਹੈ। ਜੋ ਗੁਰੂ ਨੇ ਕਿਹਾ, ਜੋ ਗੁਰੂ ਨੇ ਉਚਾਰਨ ਕੀਤਾ ਹੈ, ਉਹ ਸਿੱਧਾ ਮਨੁੱਖ ਦੇ ਮਨ ਤੇ ਹੀ ਚਲਾ ਜਾਏ। ਉਹਦੇ ਮਨ ਦੇ ਅੱਗੇ ਇੱਕ ਦੀਵਾਰ ਖੜੀ ਹੈ, ਜਿਸ ਦਿਨ ਉਹ ਟੁੱਟ ਜਾਂਦੀ ਹੈ ਉਸ ਦਿਨ ਉਹ ਬਚਨ ਅੰਦਰ ਸਮਝ ਆਉਂਦੇ ਨੇ, ਉਸ ਤੋਂ ਪਹਿਲਾਂ ਨਹੀਂ ਆਉਂਦੇ। ਉਸ ਨੂੰ ਮਹਾਰਾਜ ਨੇ ਕਿਹਾ ਕੂੜ ਦੀ ਗੱਲ, ਔਰ ਇਹ ਕਈ ਰੂਪਾਂ ਦੇ ਵਿੱਚ ਖੜੀ ਹੈ। ਜਿਸ ਦਿਨ ਮਨੁੱਖ ਨੇ ਜਨਮ ਲਿਆ, ਉਸ ਦਿਨ ਸ਼ਾਇਦ ਇਹਨੂੰ ਭੁੱਖ ਲੱਗੀ, ਦੁੱਧ ਮਿਲਿਆ, ਦੁੱਧ ਪੀ ਕੇ ਤ੍ਰਿਪਤ ਹੋ ਗਿਆ, ਔਰ ਉਸ ਦਿਨ ਇਹਨੂੰ ਇਹ ਵਿਸ਼ਵਾਸ ਵੱਝਾ ਸ਼ਾਇਦ ਮੇਰੀ ਜਿਹੜੀ ਭੁੱਖ ਹੈ ਉਹ ਪਦਾਰਥ ਬੁਝਾਉਣਗੇ। ਉਸ ਦਿਨ ਇੱਕ ਦੀਵਾਰ ਇਹ ਖੜੀ ਹੋ ਗਈ। ਥੋੜਾ ਜਿਹਾ ਵੱਡਾ ਹੋਇਆ, ਇਸ ਨੂੰ ਆਪਣੀ ਮਾਂ ਦੀ ਸਮਝ ਆਈ, ਪਿਤਾ ਦੀ ਸਮਝ ਆਈ, ਔਰ ਇਹਨੂੰ ਇਹ ਵਿਸ਼ਵਾਸ ਹੋਇਆ ਮੈਨੂੰ ਪਾਲਣ ਵਾਲੇ, ਮੇਰਾ ਪਾਲਣ ਪੋਸ਼ਣ ਕਰਨ ਵਾਲੇ ਮਾਤਾ ਪਿਤਾ ਨੇ। ਦੂਜੀ ਦੀਵਾਰ ਖੜੀ ਹੋ ਗਈ। ਕੂੜ ਸੱਚ ਨਹੀਂ ਹੈ, ਜੋ ਕੁਝ ਉਹ ਵੇਖ ਰਿਹਾ ਉਹ ਸੱਚ ਨਹੀਂ ਹੈ।
पर ਉਹਦੇ अंदर ये दीवार खड़ी हो गई। उस ਤੋਂ ਅੱਗੇ ਚੱਲਿਆ, चलद्या चलद्या जिंदगी 'ਚ ਵੱਡਾ ਹੋਇਆ। जे वो इस्त्री है ਜਾਂ पुरुष है, दीवार खड़ी हुई मैं इस्त्री हाँ या मैं पुरुष हाँ, ये भी एक दीवार है नहीं है। जो अंदर आत्मा है वो ना इस्त्री है ना पुरुष है, पर इनू एक दीवार अपने शरीर की खड़ी हो गई। उस तो अगे तुरया मैं फलानी जात का, एक दीवार होर खड़ी हो गई। अगे तुरया मैं फलाने धर्म का, एक दीवार होर खड़ी हो गई। मैं फलाने शहर का, एक दीवार होर खड़ी हो गई। फलाना मेरा चाचा है, बाकी दुनिया पराई है। फलाने मेरे रिश्तेदार ने, बाकी नहीं है। ये होर वड्डी दीवार खड़ी। चलद्या चलद्या हज़ारां ऐसियां दीवारां ने जिहड़ियां विच खड़ियां ने। किते जप तप दे नाल सोझी आउंदी है, अंदरों ज्ञान प्रगट हुंदा है, ये दीवारां टुटदियां नहीं। पहला एक टुटदी है, पहला हौली हौली मनुख नूं ये पता लगता है धर्म नहीं है। उस दिन इहनूं गुरु नानक दी समझ आउंदी है गल, ना को हिंदू ना मुसलमान। किते ये गल समझ आए, एक दीवार टुट जाएगी। हौली हौली अगे इस जग में पुरख एक है, होर सगली नार सवाई। जिस दिन ये समझ आएगा, स्त्री पुरुष का वखरेवा खत्म हो जाएगा। टुटदियां एक एक करके ने दीवारां बहुत ने। मनुख दे अंदर दीवार ते दीवार खड़ी हुई है। किते गुरु कृपा करे, एक एक करके ये दीवारां टुटण। जदों तई ये नहीं टुटन गियां, गुरु की बाणी अंदर नहीं वसेगी। जदों तई कूड़ की कंध नहीं टुटदी, सतपुरख दे कहे हुए बोलां ते विश्वास नहीं आउंदा। क्यों? उहदे उत्ते विश्वास करन दे लई झूठ नहीं चाहिए। साध संगत फिर मैं गल करा, अज की जिहड़ी पंक्ति है, हर हर जन कै माल खजीना, हर धन जन को आप प्रभ दीना। जो परमात्मा की बंदगी है, परमात्मा का नाम है, जिहड़ा उहदी बंदगी करदा है, उहदे वास्ते उही धन है। उहदे वास्ते नाम धन ही सब तो वड्डा धन बन जाता है। उसनूं ये समझ लग जाती है, इस तो वड्डा धन दुनिया में कोई नहीं है। क्योंकि उसनूं ये समझ लग जाती है जिंदगी किन्ने दिनां दी है, ये समझ लग जाती है। सच ते झूठ का अनुभव उसनूं हो जाता है। साध संगत सच ते झूठ की है? कई बार आपां कहने सच नाल जुड़ो। सच की है ते झूठ की है? सच वो है जो सदीवी रहे, जो सदीवी रहे। झूठ वो है जो हो सकता है 100 साल तक रहे, 200 साल तक रहे, उस तो बाद ना रहे। हुण ये सूरज है, ये झूठ है, रहेगा। ये जरूरी नहीं है वो किन्ने समय तक रह रहा है, बस जेड़ा सदा रहे, ये सदा नहीं रहना। इस करके ये झूठ है। मनुख है, मनुख का शरीर है, 50 साल है, 60 साल है, 70 साल है, सदीवी नहीं है। मनुख ने जेड़ा माल धन लिया होया है, अपनी जिंदगी दीयां अमोलक घड़ियां दे नाल, सवासां नाल जेड़ा इन्हें कमाया है, ये सदीवी नहीं है। 50 साल है, 60 साल है, 70 साल है, उस तो बाद ये नाल नहीं है। वो इत्थे है, मनुख किते होर है। वो इस दे नाल नहीं जा सकता। जो नाल नहीं है, जो सदा नहीं है, वैसे जेड़ा बाहर इन्हें घर बनाया, हो सकता है उसकी मनियाद 200 साल की होए, पर ये वास्ते उस दिन ही झूठ हो जाना जिस दिन इन्हें शरीर छड़ दिता। इस करके गुरु दे कहे हुए वचन, गुरु दे कहे हुए बोल मनुख दे मन में टिकण, उहदे वास्ते पहला अंदर स्थान चाहिए है, जगह चाहिए अंदर। बाणी च शब्द होंदा है, वस्तु अंदर वस्त समावै,
जे दूजी होवे पास। जे कुछ निकलेगा तो कुछ अंदर जाएगा। हजे मनुख दे अंदर बड़े तकड़े बंधन ने, बड़ियां दीवारां ने। वो दीवारां ਜਿਹੜੀਆਂ ने गुरु दे कहे हुए बोल होर बहुत कुछ अंदर रख लेंदी है। साध संगत, गुरबाणी नूं अंदर रखना बहुत मुश्किल है, बड़ा जोर लगता है, बड़े अभ्यास की लोड़ है, जप करना पैंदा है। किसी दे औगण नूं अंदर रखण च कोई जोर नहीं। इत्थों मनुख बाहर निकले ते नाल दा इहदा कहे ये जिहड़ा मनुख आ रहा है ये बड़ा हंकारी है, ਉਹਦੀ दो गल्लां दस देवे, भावें ਉਹਨੂੰ 40 साल बाद पुछ लेना, नहीं भुल्लणगीਆਂ। क्योंकि ਜਿਹੜੀ चीज़ दे विच मनुख की रुचि है वो चीज़ ਉਹਨੂੰ नहीं भुलदी। गुरु की किहड़ी पंक्ति आपां सत संगत विच अज कर रहे हैं, ये पंक्ति शायद कल नूं भुल जाए, कल नहीं भुलेगी, 10 दिनों बाद भुल जाए। पर इत्थों बाहर निकलदियां किसी का औगण है, उहदियां 2 गल्लां कोई दस देवे, सारी उम्र नहीं भुलणगीਆਂ, मरदे दम ते नहीं भुलणगीਆਂ। कारण की है? साडा मन किसी के औगणा नूं ते मंजूर करदा है, गुरु दे दसे गुणां नूं मंजूर नहीं करदा, चंगी चीज़ नूं मंजूर नहीं करदा। इस करके बाणी दे विच किहा जे अंदर कुछ लै जाना है, पहलां कुछ मिटाउणा पैना है अंदरों। कुछ बंधन ने, कुछ दीवारां ने, वो तोड़नियां पैंदियां ने। जिस दिन वो टुटणगियां फिर गुरु का कहा होया वचन अंदर वस जाएगा। और जिस दिन गुरु का कहा होया वचन भी परमेश्वर की बंदगी करो, जिस दिन भी अंदर वस गया उस दिन जिंदगी दे विच आनंद आ जाएगा, खेड़ा आ जाएगा, सुकून आ जाएगा, उस दिन ज्ञान आ जाएगा। उस तो पहला अज्ञानी है। साध संगत, विहारिक तौर ते असी दुनिया दे विच उस मनुख नूं पागल कहने आ जिन्हों रोटी खाने का नहीं पता, वस्त्र पाउण का नहीं पता। धर्म की दुनिया दे विच उस नूं पागल कहा जाता है जिन्हों अज तक रब का नहीं पता, जिसनों अज तक परमेश्वर का नहीं पता लग्या, उन्होंने पागल गिणिया जाता है धर्म की दुनिया च, किस नूं पता ही नहीं लगा। क्योंकि असी पागल उसनूं कहंदे आ जिहड़ा कुछ कमाण दे असमर्थ होए, जिहड़ा नाम धन कमाण दे असमर्थ है, असल च उन्होंने पागल बोला कहा जाता। बोला जे समझाइए महाराज इस करके कहंदे ने जिहड़ा हरि दा नाम दा धन है, जिहड़ा उसनूं जप रहा है, जिन्हों उहदा आनंद आ गया, वो फिर होर धन नहीं, सिर्फ हरि दा धन ही उहदे वास्ते सब तो वड्डा है। भावें होर धन कमाए, ये नहीं गल है, होर धन कमाए भावें उहदे कोल जिन्ना मर्जी होए, पर सब तो वड्डी महत्वता उहदी हरि दे नाम दे धन दी रहेगी जिंदगी च। जिवें राजा जनक है राजा है, सारा राज भी है उहदे कोल, पर जिहड़ी महत्वता है वो राज नूं नहीं है, रब दे नाम नूं है। भाई गुरदास जी कहते भगत वड्डा राजा जनक है, गुरमुख माया विच उदासी है, सब कुछ है, राज गद्दी ते बैठा है, राज गद्दी ते बैठा भी गुरमुख है। कई बारी मनुख धर्म की गद्दी ते बैठ के भी अधर्मी हुंदा है, कई बारी मनुख राज ते बैठ के भी धर्मी हुंदे ने, ये हो सकता है। अगे महाराज कहते ने हर हर जन कै ओट सताणी, हर प्रताप जन अवर न जानी। जिहड़ा हरि का नाम है, परमेश्वर का नाम है, ये उहदे भगत वास्ते उहदी ओट है। हर का नाम जन की ओट, हरि का नाम है वो जन की ओट है, उहदे भगत वास्ते सब तो वड्डी उहदा जोर ही है। उहदे ते वड्डी तो वड्डी मुश्किल आ जाए तां भी वो किसी अगे नहीं गिड़गिड़ाउंदा, सिर्फ रब का नाम परमेश्वर ही उहदी ओट है। मैं आप जी ने कई बारी बेनती की है, साध संगत मनुख ने
परमेश्वर की ओट दूजे नंबर ते रखी हुई है, दुनिया पहले नंबर ते है। ताई करके शायद ओदी जिहड़ी ओट अज तई इहनूं मिली नहीं। ਇਹਦੀ ਜ਼ਿੰਦਗੀ ਦੇ ਵਿੱਚ अगर ਇਹਦੇ ਤੇ मुश्किल आ जाए, सब तो पहला इन्हें डिसाइड किया है अंदर ऐटोमैटिक ही है, इन्हें इंटेंशनली नहीं किया, इरादियां नाल नहीं किया, पर ये अंदर फीड है जे मेरे ते दिक्कत आ गई भज के मैं किनू किनू सदना है, किदे कोल जाना है। इस करके ये उन्हां दी बहुत ज़्यादा मान मर्यादा भी करता है। महाराज कहते ने हरि दे भगत वास्ते रब दा ना ही ओदी ओट है, परमात्मा दी बंदगी ओदी ओट है, होर ओदे कोल दूजी ओट नहीं है। हर हर जन कै ओट सताणी, हर प्रताप जन अवर ना जानी। जेड़ा नाम जप रहे उन्होंने ही हरि दे प्रताप का पता है, दूजे नूं नहीं पता। जेड़ा उहदे विच लग गया उन्होंने ही पता होएगा, हरेक किसी नूं नहीं पता। साध संगत परमेश्वर दे बारे जिन्नी गल कर लेनी सौखी है, उन्ना उन्होंने जिंदगी दे विच लियाउणा बहुत औखा है। बाणी कहती है जेड़े अक्सर कहते ने वो बड़ा वड्डा है, बड़ा वड्डा है, सिर्फ सुन सुन के कही जाते हैं। सुन वड्डा आख्या सब कोई, केवड़ वड्डा डीठा होए, अनुभव होया किसी नूं किड्डा वड्डा है। जदों तई अनुभव नहीं होया, क्योंकि साध संगत किसी नाल भी रब की गल शुरू करो ना, बोलण की लोड़ ही नहीं, उहदे कोल इन्ना ज्ञान है रब दा, पहला ही दसे वो बड़ा वड्डा है, कित्थे है, सारियां ही दसी जाएगा। उसनूं ये पता करे जदों उन्होंने कोई मुश्किल आउंदी है, भज के कहता मैं मर गया, दुनिया के अगे जाके हथ खिलार लैंदा। हर एक मनुख नूं पता है, किसी नूं भी बाहर जाके पुछो रब कित्थे है, सारियां ही गल्लां दसी जाएगा, उत्थे है फलाने। उन्होंने ये पूछो तू कदे उहदे विच गया नहीं, उत्थों तई गया नहीं, उहदा अनुभव कदे नहीं होया, बस उहदियां गल्लां ही ने। जिवें मनुख दिल्ली कदे गया ना होए, दिल्ली का सारा कुछ ही पता हो। और जेडे अक्सर दे विच धार्मिक लोग हुंदे ने ऐसे ही हुंदे ने, वो दिल्ली दीयां मान मर्यादा दीयां गल्लां ते करियां जाणगे, गए कदी नहीं हुंदे। रस्ते का सारे का ही पता हुंदा है, रस्ते ते चले नहीं हुंदे। पर जिंदगी दे विच असल च उन्हां मनुखां नूं वडियाई मिलदी है जेडे रस्ते ते चल पए ने। नाम उन्हां दे रहिंदे ने, दुनिया याद उन्हां नूं करदी है जेडे रस्तियां ते तुरे ने। गुरु अमरदास जी दे कोल भाई महेशे नाम दा सिख आया, उन्हें महाराज नूं बेनती की मैनूं नाम चाहिए, सिक्खी चाहिए है। महाराज कहते ने जिहड़ी चीज़ तू मंग लई है ये चीज़ इन्नी सौखी नहीं है, जे तू इनू जिंदगी दे विच धारेगा सारे रिश्तेदार जाते रहणगे तेरे तो, सके संबंधी छाट चढ़ देणगे। कहंदा नहीं महाराज जेड़ा छड्डदा है छड्ड जाए, मैनू पता लग गया है परमेश्वर की बंदगी तो बिना होर सच्चाई नहीं है दुनिया में। महाराज कहते ठीक है, कहते गल याद रखी जे परमेश्वर का नाम लएगा तेरे घरों पैसा भी जाता रहना है। कहते ठीक है महाराज मैं तैयार हाँ। शुरू कर दिता, महाराज के द्वारे आया, वही गल वापरी, हौली हौली घरों पैसा भी जाता रहा, सारा कुछ जाता रहा। हुण रब का नाम लैण नहीं आया सी, क्योंकि जिहड़ी एड्डी वड्डी चीज़ है कोई सौखी थोड़ी ना मिलती है। जे मनुख एज ए होल लई जाता है, सब तो सौखा जे समझदा है ना, ये किते धर्म नूं समझदा है मनुख सब, क्योंकि सोचदा है शायद गुरु के अगे नमस्कार कीती है, मंदिर च मत्था टेकिया है, मस्जिद दे विच मत्था टेकिया तो शायद रब रज गया है, रब मन गया। जे इन्नी छेती मन जाए फिर तो सारी दुनिया नाल ही तुरिया फिरे, ऐसा नहीं है। धर्म एक साधन है, गुरबाणी तो यह कहती है जिन्नी मेहनत के नाल पैसा कमाया है, इस तो कई गुणा ज़्यादा मेहनत लगती है परमेश्वर नूं लैण लई। जिनी नाम ध्याया गए मशक्कत घाल, इत्थे ते मेहनत है, ये मशक्कत नाल कमाया जाता है धर्म, एवें नहीं है।
ਹੁਣ ਮਹਾਰਾਜ ਸਾਹਿਬ ਜੀ ਦੇ ਕੋਲ ਉਹ ਆਇਆ ਭਾਈ ਮਹੇਸ਼ਾ। ਹੌਲੀ ਹੌਲੀ ਕੀ ਹੋਇਆ, ਪੈਸਾ ਜਾਂਦਾ ਰਿਹਾ, ਧਨ ਜਾਂਦਾ ਰਿਹਾ, ਮਹਾਰਾਜ ਦਾ ਵਾਕ ਸੱਤਿਆ ਹੋਇਆ, ਅੰਤ ਦੇ ਵਿੱਚ ਆ ਕੇ ਪਰੇਸ਼ਾਨ ਹੋ ਗਿਆ। ਮਹਾਰਾਜ ਸਾਹਿਬ ਜੀ ਨੂੰ ਕਹਿੰਦਾ ਹੈ, ਕਹਿੰਦੇ ਮਹਾਰਾਜ ਆਇਆ ਜਦੋਂ ਹੱਸਣ ਲੱਗ ਪਏ ਮਹਾਰਾਜ, ਕਹਿੰਦੇ ਭਾਈ ਮਹੇਸ਼ਾ ਕੀ ਹੋਇਆ? ਕਹਿੰਦੇ ਮਹਾਰਾਜ ਸਭ ਕੁਝ ਚਲਾ ਗਿਆ, ਲੋਕੀ ਹੁਣ ਹੱਸਦੇ ਰਹੇ, ਤੂੰ ਕੀ ਲਿਆ ਰੱਬ ਦੇ ਨਾਂ ਚੋਂ, ਕੀ ਪ੍ਰਾਪਤ ਕੀਤਾ? ਕਹਿੰਦੇ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ, ਜੋ ਆਨੰਦ ਮੈਨੂੰ ਮਿਲ ਗਿਆ ਇਹ ਤੁਹਾਨੂੰ ਨਹੀਂ ਪਤਾ, ਜਿਹੜੀ ਚੀਜ਼ ਮੈਨੂੰ ਪ੍ਰਾਪਤ ਹੋ ਗਈ ਹੈ ਇਹਦੇ ਬਾਰੇ ਤੁਹਾਨੂੰ ਨਹੀਂ ਪਤਾ। ਹੁਣ ਜਿਹੜੀ ਦੁਨੀਆ ਹੈ ਉਹ ਤੇ ਉੱਤੋਂ ਉੱਤੋਂ ਵਹਿੰਦੀ ਹੈ, ਅੰਦਰ ਦਾ ਕਿਹਨੂੰ ਪਤਾ ਹੈ? ਦੁਨੀਆ ਦੀ ਇਹ ਨਿਸ਼ਾਨੀ ਹੈ, ਉਹ ਉੱਤੋਂ ਉੱਤੋਂ ਵਹਿੰਦੀ ਹੈ। ਲੋਕ ਅਮੀਰੀ ਵੇਖਦੇ ਨੇ ਕਿਸੇ ਦੇ ਕੱਪੜਿਆਂ ਤੋਂ, ਕਿਸੇ ਦੇ ਘਰ ਤੋਂ, ਕਿਸੇ ਦੀ ਗੱਡੀ ਤੋਂ, ਹੋਰ ਤੇ ਅਮੀਰੀ ਤੇ ਇੱਥੇ ਜਿਹਦੇ ਮਨ ਦੇ ਵਿੱਚ ਜਿਹੜੀ ਰੁਚੀ ਹੈ ਉੱਥੋਂ ਹੀ ਵੇਖੇਗਾ। ਪਰ ਅਸਲ ਦੇ ਵਿੱਚ ਜਿਹੜਾ ਪਰਮਾਤਮਾ ਦੇ ਨਾਲ ਜੁੜ ਗਿਆ ਉਹ ਅਮੀਰੀ ਦਾ ਹਿਸਾਬ ਲਗਾਉਂਦਾ ਉਹਦੇ ਹਿਰਦੇ ਤੋਂ। ਇਹ ਕਿੱਥੋਂ ਦੀਆਂ ਗੱਲਾਂ ਕਰਦਾ? ਮੈਂ ਕਈ ਵਾਰੀ ਕਹਿੰਦਾ ਸਾਧ ਸੰਗਤ, ਜੇ ਕਿਸੇ ਨੂੰ ਵੇਖਣਾ ਹੋਏ ਨਾ ਵੀ ਇਹ ਕਿੱਥੇ ਕੁ ਪਹੁੰਚ ਗਿਆ, ਦੋ ਹੀ ਚੀਜ਼ਾਂ ਨੋਟ ਕਰਨ ਵਾਲੀਆਂ ਹੁੰਦੀਆਂ ਨੇ, ਤੀਜੀ ਲੋੜ ਹੀ ਨਹੀਂ। ਪਹਿਲੀ ਗੱਲ ਉਹਦਾ ਆਹਾਰ, ਉਹ ਖਾ ਕੀ ਰਿਹਾ, ਦੂਜੀ ਗੱਲ ਉਹਦੀ ਬੋਲ ਬਾਣੀ ਕੀ ਹੈ, ਬਸ। ਤੀਜੀ ਤੇ ਗੱਲ ਫੜਨ ਦੀ ਲੋੜ ਹੀ ਨਹੀਂ। ਜਦੋਂ ਉਹ ਰੋਟੀ ਖਾ ਰਿਹਾ ਹੈ, ਕੈਸੀ ਖਾ ਰਿਹਾ, ਕਿਵੇਂ ਖਾ ਰਿਹਾ, ਬਸ ਉਹਦਾ ਆਹਾਰ ਦੱਸ ਦੇਗਾ ਇਹ ਕਿੱਥੇ ਪਹੁੰਚਿਆ। ਦੂਜੀ ਗੱਲ ਉਹਦੇ ਬੋਲ, ਉਹਦੇ ਬੋਲ ਦਾ, ਇਹਦੀ ਆ ਲਾਈਟ ਬੰਦ ਕਰ, ਉਹਦੇ ਉਹ ਬੋਲ ਦੱਸ ਦੇਣਗੇ ਉਹ ਕਿੱਥੇ ਪਹੁੰਚਿਆ। ਕਿਉਂਕਿ ਹਰੇਕ ਮਨੁੱਖ ਹੋ ਸਕਦਾ ਹੈ ਬੋਲਾਂ ਨੂੰ ਥੋੜੀ ਦੇਰ ਲਈ ਛੁਪਾ ਲਵੇ, ਗੁਰਦੁਆਰੇ ਕੁਝ ਹੋਰ ਬਣ ਜਾਏ, ਨੌਕਰੀ ਵਿੱਚ ਜਾਏ ਕੁਝ ਹੋਰ ਬਣ ਜਾਏ, ਪਰ ਆਪਣੇ ਘਰ ਦੇ ਵਿੱਚ ਵੈਸਾ ਨਹੀਂ ਹੁੰਦਾ। ਜਾਂ ਜੇ ਮਨੁੱਖ ਨੂੰ ਹੋਰ ਵੀ ਤਰੀਕੇ ਨਾਲ ਵੇਖਣਾ ਹੈ, ਉਹਦੇ ਹੰਕਾਰ ਦੇ ਉੱਤੇ ਸੱਟ ਮਾਰੋ, ਉਹ ਨਾਲੋਂ ਨਾਲ ਹੀ ਆਪਣੇ ਅਸਲੀ ਰੂਪ ਵਿੱਚ ਆ ਜਾਏਗਾ, ਨਾਲੋਂ ਨਾਲ ਅਸਲੀ ਰੂਪ ਚ ਆ ਜਾਏ। ਸਿਰਫ ਹੰਕਾਰ ਦੇ ਉੱਤੇ ਸੱਟ ਮਾਰਨ ਦੀ ਲੋੜ ਹੈ, ਉਹਨੂੰ ਕਹਿਣ ਦੀ ਲੋੜ ਹੈ, ਚਾਰ ਬੰਦਿਆਂ 'ਚ ਇੱਕ ਵਾਰੀ ਕਹਿ ਦਿਓ ਤੂੰ ਲੋਭੀ ਹੈ, ਨਾਲੋਂ ਨਾਲ ਉਹਨੇ ਆਪਣਾ ਰੂਪ ਪ੍ਰਗਟ ਕਰ ਦੇਣਾ। ਉਹਦੇ ਅੰਦਰ ਕੀ ਚੱਲ ਰਿਹਾ ਹੈ ਉਹਨੇ ਨਾਲੋਂ ਨਾਲ ਪ੍ਰਗਟ ਕਰ ਦੇਣਾ। ਹੁਣ ਮਹਾਰਾਜ ਜੀ ਇੱਥੇ ਕਹਿੰਦੇ ਨੇ ਜਿਹੜੇ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਲੱਗ ਗਏ ਨੇ ਉਹ ਹਮੇਸ਼ਾ ਪ੍ਰਮਾਤਮਾ ਦੇ ਨਾਲ ਜੁੜੇ ਰਹਿੰਦੇ ਨੇ। ਦੂਜੀ ਗੱਲ ਉਹਨਾਂ ਦੇ ਦਿਲ ਵਿੱਚ ਨਹੀਂ ਹੁੰਦੀ। ਹੁਣ ਭਾਈ ਮਹੇਸ਼ਾ ਜਿਹੜਾ ਹੈ, ਦੁਨੀਆ ਉਹਨੂੰ ਉਲਾਮੇ ਮਾਰ ਰਹੀ ਹੈ, ਪਰ ਉਹ ਕਹਿੰਦਾ ਭਾਈ ਨਹੀਂ, ਮੈਨੂੰ ਤੇ ਆਨੰਦ ਮਿਲ ਗਿਆ। ਫਿਰ ਮਹਾਰਾਜ ਜੀ ਦੇ ਕੋਲ ਆਇਆ, ਮਹਾਰਾਜ ਸਾਹਿਬ ਜੀ ਕਹਿਣ ਲੱਗੇ ਮਹੇਸ਼ਾ ਇਹ ਤੇਰੀ ਪਰਖ ਸੀ। ਮਹਾਰਾਜ ਜੀ ਦਇਆ ਦੇ ਘਰ ਵਿੱਚ ਆਏ, ਉਹਦੇ ਸਿਰ ਤੇ ਹੱਥ ਰੱਖਿਆ, ਕਹਿੰਦੇ ਜਾ ਅੱਜ ਤੋਂ ਬਾਅਦ ਹੁਣ 10 ਗੁਣਾ ਧਨ ਤੈਨੂੰ ਮਿਲੇਗਾ। ਜੋ ਕੁਛ ਤੇਰੇ ਕੋਲ ਹੈ ਸੀ, ਜਿਹੜੀ ਗੁਰੂ ਨੇ ਤੇਰੇ ਤੇ ਕਸਵੱਟੀ ਲਾਈ ਹੈ ਉਹ ਤੂੰ ਪੂਰੀ ਕਰ ਗਿਆ। ਕਿਉਂਕਿ ਕਈ ਵਾਰੀ ਮਨੁੱਖ ਪਰਮੇਸ਼ਰ ਦੇ ਰਾਹ ਤੇ ਚੱਲਦਾ ਹੈ, ਕਈ ਵਾਰੀ ਕੁਛ ਆਉਣ ਦੀ ਥਾਂ ਘਟਣਾ ਸ਼ੁਰੂ ਹੋ ਜਾਂਦਾ ਹੈ। ਉਦੋਂ ਪਰਮੇਸ਼ਰ ਉਹਨੂੰ ਪੱਕਾ ਕਰ ਰਿਹਾ ਹੁੰਦਾ ਵੀ ਇਹਨੇ ਨਾਮ ਤੇ ਤੁਰਨਾ, ਲੰਮਾ ਇਹਦਾ ਸਫ਼ਰ ਹੈ, ਇਹਨੂੰ ਹੁਣਾ ਪੱਕਾ ਕਰ ਲਈਏ। ਇਸ ਕਰਕੇ ਸਾਧ ਸੰਗਤ ਬਾਣੀ ਇਹ ਕਹਿ ਰਹੀ ਹੈ, ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ। ਉਹਨਾਂ ਦੇ ਜਿਹੜੇ ਮਨ ਦੀ ਅਵਸਥਾ ਹੈ ਉਹ ਸੁਨ ਹੈ। ਸੁਨ ਦਾ ਮਤਲਬ ਸਾਧ ਸੰਗਤ ਆਪ ਜਾਣਦੇ ਹੋ, ਆਪਾਂ ਇੱਕ ਸ਼ਬਦ ਵਰਤਦੇ ਹਾਂ ਸੁਨਸਾਨ। ਜਿਵੇਂ ਕੋਈ ਜੰਗਲ ਦੇ ਵਿੱਚ ਜਾਏ, ਕਹਿੰਦਾ ਇੱਥੇ ਸੁਨਸਾਨ ਹੈ, ਭਾਵ ਕੁਛ ਨਹੀਂ ਹੈ, ਇੱਥੇ ਦੂਰ ਦੂਰ ਤੋਂ ਕੋਈ ਨਜ਼ਰ ਨਹੀਂ ਆਉਂਦਾ। ਇਹਨੂੰ ਕਹਿੰਦੇ ਨੇ ਸੁੰਨ ਦੀ ਅਵਸਥਾ। ਜਿਹੜੀ ਥਾਂ ਤੇ ਜਾ ਕੇ ਕੋਈ ਵਿਚਾਰ ਨਾ ਚੱਲੇ, ਸਾਰੀਆਂ ਚੀਜ਼ਾਂ ਦੇ ਸਮਾਧਾਨ ਇਸ ਦੇ ਕੋਲ ਹੋਣ। ਸਿਰਫ ਚੌਂਕੜੀ ਮਾਰ ਕੇ ਆਪਣੇ ਘਰ ਵੀ ਬੈਠਾ ਹੈ, ਹਰੇਕ ਚੀਜ਼ ਵਿੱਚ ਸਹਿਜ ਹੋਏ। ਔਰ ਸਹਿਜਤਾ ਉਹਦੀ ਜ਼ਿੰਦਗੀ ਵਿੱਚ ਹੋਏਗਾ ਜਿਹਨੂੰ ਡਰ ਨਹੀਂ ਹੈ, ਆਉਣ ਵਾਲੇ ਕੱਲ੍ਹ ਦਾ ਡਰ ਨਹੀਂ ਹੈ, ਜ਼ਿੰਦਗੀ ਚਲੀ ਜਾਏ ਕੁਝ ਗਵਾਉਣ ਦਾ ਡਰ ਨਹੀਂ ਹੈ, ਉਹਦੀ ਜ਼ਿੰਦਗੀ ਸਹਿਜ ਚ ਹੁੰਦੀ ਹੈ।
ਜੇ ਕਿਤੇ ਮਨੁੱਖ ਇਹ ਸੋਚ ਲਏ ਨਾ, ਉਹਨੂੰ ਇਹ ਪਤਾ ਲੱਗ ਜਾਏ, ਅੱਜ ਹੀ ਸੋਚ ਲਏ, ਜੇ ਉਹਨੇ ਸਹਿਜ ਦੇ ਵਿੱਚ ਆਉਣਾ, ਇਹ ਵੀ ਇੱਕ ਤਰੀਕਾ ਹੈ ਵੀ ਜੋ ਕੁਛ ਮੇਰੇ ਕੋਲ ਹੈ ਇਹ ਸਦੀਵੀ ਨਹੀਂ ਰਹਿਣਾ। ਜੇ ਮਨੁੱਖ ਇਹ ਸੋਚ ਲਏ ਮੇਰੇ ਕੋਲ ਅੱਜ ਘਰ ਹੈ, ਅੱਜ ਧਨ ਹੈ, ਜੇ ਚਲਾ ਗਿਆ ਤੇ ਫਿਰ, ਵੈਸੇ ਜਦੋਂ ਇਹ ਸ਼ਬਦ ਆਏਗਾ ਨਾ ਚਲਾ ਗਿਆ, ਨਾਲੋਂ ਨਾਲ ਮਨੁੱਖ ਦਾ ਚਿਹਰਾ ਕੰਬ ਜਾਂਦਾ, ਲੱਤਾਂ ਕੰਬ ਜਾਂਦੀਆਂ, ਕਿਉਂਕਿ ਮਨੁੱਖ ਦੇ ਕੋਲ ਜੋ ਹੈ ਉਹਦੇ ਨਾਲ ਉਹਦੀ ਪਕੜ ਵੱਜ ਗਈ ਹੈ, ਉਹੀ ਉਹਨੂੰ ਪਰੇਸ਼ਾਨ ਰੱਖਦੀ ਹੈ। ਪਰ ਇਹ ਕਿਤੇ ਯਾਦ ਰੱਖੇ ਜੋ ਕੁਛ ਇਹਦੇ ਕੋਲ ਹੈ, ਗੁਰਬਾਣੀ ਕਹਿੰਦੀ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲਾ ਸਜਾਏ, ਜੇ ਪਹਿਲਾਂ ਹੀ ਉਹਨੇ ਸਭ ਕੁਝ ਰੱਖਿਆ ਹੋਏ ਵੀ ਹਾਂ ਜਾ ਵੀ ਸਕਦਾ ਹੈ। ਔਰ ਇਹ ਹੋਇਆ ਬੜਿਆਂ ਲੋਕਾਂ ਨਾਲ। ਸਾਨੂੰ ਇਹ ਪਤਾ ਹੈ ਜਵਾਨੀ 'ਚ ਜੋ ਰੂਪ ਸੀ ਅੱਜ ਨਹੀਂ ਹੈ, ਜੋ ਜਵਾਨੀ ਵਿੱਚ ਰੂਪ ਹੈ ਅਧਖੜ ਉਮਰ 'ਚ ਨਹੀਂ ਹੋਣਾ, ਜੋ ਜਵਾਨੀ ਵਿੱਚ ਹੈ ਉਹ ਬੁਢੇਪੇ ਵਿੱਚ ਨਹੀਂ ਹੋਣਾ। ਜੈਸਾ ਸਰੀਰ ਅੱਜ ਜਵਾਨੀ ਵਿੱਚ ਹੈ, ਬਸ ਇਹ ਯਾਦ ਅੱਜ ਹੀ ਕਹਿ ਲਏ, ਬੁਢੇਪੇ ਵਿੱਚ ਇਹਨੇ ਐਸਾ ਨਹੀਂ ਹੋਣਾ। ਬੜੀਆਂ ਮੁਸ਼ਕਿਲਾਂ ਆਉਣਗੀਆਂ, ਪਰ ਜੇ ਕਿਤੇ ਉਦੋਂ ਹੀ ਸੋਚ ਲੈਂਦਾ ਬੁਢੇਪੇ ਵਿੱਚ ਪਰੇਸ਼ਾਨੀ ਨਹੀਂ ਹੋਣੀ। ਕਿਉਂ? ਹਮੇਸ਼ਾ ਮਨੁੱਖ ਨੂੰ ਆਸ ਦੁੱਖ ਕਰਦੀ ਹੈ, ਆਸ਼ਾਵਾਂ ਦੁੱਖ ਦਿੰਦੀਆਂ ਨੇ ਹਮੇਸ਼ਾ। ਹੁਣ ਇਸ ਕਰਕੇ ਮਹਾਰਾਜ ਕਹਿੰਦੇ ਨੇ ਤੇਰੇ ਘਰ ਦੇ ਵਿੱਚੋਂ ਮਾਂ ਬਾਪ ਨੇ, ਪ੍ਰਾਣੀ ਨੇ, ਬੱਚੇ ਨੇ, ਹੋਰ ਸਕੇ ਸੰਬੰਧੀ ਨੇ, ਇਹ ਪ੍ਰਣ ਕਰ ਲੈ ਇਹਨਾਂ ਨੇ ਇੱਥੋਂ ਜਾਣਾ, ਸਭ ਨੇ ਜਾਣਾ। ਜੇ ਕਿਤੇ ਅੱਜ ਸੋਚ ਲਏ ਫਿਰ ਜਿਸ ਦਿਨ ਉਹ ਜਾਣਗੇ ਉਸ ਦਿਨ ਇਹ ਰੋਏਗਾ ਨਹੀਂ। ਕਿਉਂ? ਇਹਨੇ ਪੱਕਾ ਕਰ ਲਿਆ ਜਾਣਾ ਹੀ ਹੈ, ਸੱਚਾਈ ਹੈ। ਇਹਨੂੰ ਕਹਿੰਦੇ ਨੇ ਇਹ ਮਨੁੱਖ ਸੱਚਾਈ ਨਾਲ ਜੁੜ ਗਿਆ। ਜਿਹੜਾ ਮਨੁੱਖ ਇੰਨਾ ਡੂੰਘਾ ਸੋਚ ਲੈਂਦਾ ਉਹ ਅੱਜ ਹੀ ਦੁੱਖਾਂ ਤੋਂ ਨਿਰਵਰਤ ਹੋ ਜਾਏਗਾ, ਅੱਜ ਹੀ। ਪਰ ਸੱਚਾਈ ਕਬੂਲ ਕੋਈ ਕੋਈ ਕਰਦਾ ਹੈ। ਹਮੇਸ਼ਾ ਮਨੁੱਖ ਸੱਚਾਈ ਤੋਂ ਭੱਜਦਾ ਹੈ, ਕਬੂਲ ਨਹੀਂ ਕਰਦਾ। ਕਿਤੇ ਅੱਜ ਹੀ ਸੱਚਾਈ ਨੂੰ ਕਬੂਲ ਕਰ ਲਵੇ, ਮੇਰਾ ਸਰੀਰ ਹੈ ਇਹ ਬਜ਼ੁਰਗ ਹੋਣਾ ਹੈ, ਇਹਦੇ ਵਿੱਚ ਜੇ ਵਾਲ ਕਾਲੇ ਨੇ ਇਹ ਚਿੱਟੇ ਆਉਣੇ ਨੇ, ਕਬੂਲ ਕਰ ਲਵੇ, ਬਸ ਅੱਜ ਹੀ ਸੁੱਖ। ਨਹੀਂ ਇਹਨੂੰ ਫਿਰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਪਰਿਵਾਰ ਦੇ ਵਿੱਚ ਮਾਂ ਬਾਪ ਨੇ, ਇਹਨਾਂ ਨੇ ਜਾਣਾ ਹੈ ਮੇਰੇ ਤੋਂ, ਵਿਛੜਨਾ ਇੱਕ ਦਿਨ। ਅੱਜ ਨਹੀਂ ਵਿਛੜਨਗੇ, 10 ਸਾਲਾਂ ਬਾਅਦ ਵਿਛੜਨਾ ਤੇ ਹੈ। ਕਿਤੇ ਅੱਜ ਹੀ ਪੱਕਾ ਕਰ ਲਵੇ, ਬਸ ਜਿਸ ਦਿਨ ਜਾਣਗੇ ਉਸ ਦਿਨ ਇਹਨੂੰ ਪਤਾ ਹੋਣਾ ਹੈ ਇਹ ਤੇ ਸੱਚਾਈ ਸੀ, ਇਹ ਤੇ ਹੋਣਾ ਹੀ ਸੀ। ਮਹਾਰਾਜ ਤਾਂ ਹੀ ਕਹਿੰਦੇ ਨੇ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਅਨਹੋਣਾ ਤੇ ਕੁਛ ਵੀ ਨਹੀਂ ਹੋਇਆ, ਹੋਣਾ ਹੈ। ਔਰ ਸਾਧ ਸੰਗਤ ਜਿਹੜਾ ਭਗਤ ਹੁੰਦਾ ਹੈ, ਰੱਬ ਦਾ ਨਾਂ ਜਪਣ ਵਾਲਾ, ਮਹਾਰਾਜ ਕਹਿੰਦੇ ਜਿਹੜਾ ਸੁੰਨ ਅਵਸਥਾ 'ਚ ਅੱਪੜ ਜਾਂਦਾ ਹੈ ਉਹਨੇ ਇਹ ਚੀਜ਼ਾਂ ਮਹਿਸੂਸ ਕਰ ਲਈਆਂ ਹੁੰਦੀਆਂ ਨੇ। ਉਹ ਇਸ ਚੀਜ਼ਾਂ ਤੇ ਪਹੁੰਚ ਗਿਆ ਹੁੰਦਾ ਹੈ, ਉਹਨੇ ਮਹਿਸੂਸ ਕਰ ਲਿਆ ਹੁੰਦਾ ਹੈ ਹੋਣਾ ਹੈ ਤੇ ਮੇਰੇ ਨਾਲ। ਹੋ ਸਕਦਾ ਹੈ ਮੇਰੇ ਕੋਲ ਅੱਜ ਧਨ ਹੈ, 1 ਸਾਲ ਬਾਅਦ ਨਾ ਹੋਏ, ਹੋ ਸਕਦਾ ਹੈ। ਪਰ ਜੇ ਕਿਤੇ ਅੱਜ ਇਹ ਸੋਚ ਲਏ ਵੀ ਜੇ ਚਲਾ ਗਿਆ ਫਿਰ ਕੀ, ਬਸ ਇੰਨਾ ਸ਼ਬਦ ਸੋਚਿਆ ਨਹੀਂ ਜਾਂਦਾ, ਇੱਕਦਮ ਡਰ ਲੱਗਦਾ ਹੈ। ਬਸ ਜਿਹੜਾ ਉਹ ਡਰ ਹੈ ਉਹ ਖਤਮ ਹੋ ਜਾਏ, ਬਸ ਉਹਨੂੰ ਕਹਿੰਦੇ ਨੇ ਜਿਹਦਾ ਉਹ ਡਰ ਖਤਮ ਹੋ ਗਿਆ ਉਹ ਸੁੰਨ ਅਵਸਥਾ ਵਿੱਚ ਚਲਾ ਗਿਆ। ਉਹਦੇ ਸੋਚਣ ਦਾ, ਉਹਦੇ ਸਮਝਣ ਦੀ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ, ਬਹੁਤ ਜ਼ਿਆਦਾ। ਕਰੋੜਾਂ ਸੂਰਜਾਂ ਨੂੰ ਉਹ ਵੇਖ ਲੈਂਦਾ ਹੈ, ਲੱਖਾਂ ਆਕਾਸ਼ਾਂ ਨੂੰ ਉਹ ਅਨੁਭਵ ਕਰ ਲੈਂਦਾ ਹੈ। ਜਿਹਦੇ ਕੋਲ ਇੰਨੀ ਵੱਡੀ ਪਾਵਰ ਆ ਜਾਏ, ਜਿਹੜਾ ਇੰਨੀ ਡਰਾਂ ਤੋਂ ਮੁਕਤ ਹੋ ਗਿਆ, ਉਹਨੂੰ ਕਹਿੰਦੇ ਹੁਣ ਹੋਰ ਅਵਸਥਾ ਵਿੱਚ ਪਹੁੰਚ ਗਿਆ, ਉਹਦੇ ਸਾਰੀ ਸ਼ਕਤੀ ਵੱਧ ਜਾਂਦੀ ਹੈ। ਹੁਣ ਮਹਾਰਾਜ ਕਹਿੰਦੇ ਨੇ 8 ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਜਿਹੜਾ ਹਮੇਸ਼ਾ ਬੰਦਗੀ ਕਰਦਾ ਪਿਆ ਉਹ ਛੁਪੇਗਾ ਨਹੀਂ। ਜਿਵੇਂ ਸਾਧ ਸੰਗਤ ਜਿਹੜਾ ਹੀਰਾ ਹੈ ਨਾ, ਰਤਨ ਲੁਕਾਇਆ ਲੁਕਿਆ ਨਹੀਂ। ਕਿਸੇ ਮਨੁੱਖ ਦੇ ਕੋਲ ਹੀਰਾ ਆ ਜਾਏ ਨਾ, ਹੋਏ ਗਰੀਬ, ਜੇ ਕਿਤੇ ਹੀਰਾ ਮਿਲ ਜਾਏ ਉਹਨੂੰ, ਉਹਦੇ ਚਿਹਰੇ ਦੀ ਜਿਹੜੀ ਪ੍ਰਸੰਨਤਾ ਉਹ ਦੱਸ ਦਿੰਦੀ ਹੈ ਵੀ ਇਹਦੇ ਕੋਲ ਕੁਛ ਹੈ। ਔਰ ਜਿਹੜੇ ਚੋਰ ਹੁੰਦੇ ਨੇ ਨਾ, ਚੋਰ, ਉਹ ਅਕਸਰ ਚਿਹਰਿਆਂ ਤੋਂ ਹਿਸਾਬ ਲਾਉਂਦੇ ਹੁੰਦੇ ਨੇ ਵੀ ਇਹਦੇ ਕੋਲ ਕੀ ਹੈ, ਚਿਹਰੇ ਤੋਂ। ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਗਏ, ਮਹਾਰਾਜ ਸਾਹਿਬ ਜੀ ਦਾ ਚਿਹਰਾ ਜਦੋਂ ਵੇਖਿਆ ਉਹਨਾਂ ਬੜਾ ਚਿੰਤਾ ਮੁਕਤ, ਹੱਸਦਾ ਖੇਡਦਾ, ਬਿਲਕੁਲ ਚਿਹਰੇ ਦੇ ਉੱਤੇ ਉਹ ਨੂਰ
ਸੱਜਣ ਠੱਗ ਨੇ ਹਿਸਾਬ ਲਗਾਇਆ ਵੀ ਇਹ ਬੜੇ ਤਕੜੇ ਨੇ, ਇਵੇਂ ਲੱਗਦਾ ਇਹਨਾਂ ਕੋਲ ਧਨ ਬੜਾ ਜ਼ਿਆਦਾ ਹੋਏਗਾ। ਮਹਾਰਾਜ ਤੇ ਉਦਾਸੀਆਂ ਤੇ ਗਏ, ਮਹਾਰਾਜ ਕਿਹੜਾ ਨਾਲ ਧਨ ਲੈ ਗਏ। ਵੈਸੇ ਜਿਹੜਾ ਧਨ ਉਹਨਾਂ ਕੋਲ ਹੈਗਾ ਸੀ ਉਹ ਹੈ ਹੀ ਬੜਾ ਮਹਿੰਗਾ, ਪਰ ਸੱਜਣ ਨੇ ਹਿਸਾਬ ਲਗਾਇਆ ਵੀ ਇਹ ਕਿਤੇ ਨਾ ਕਿਤੇ ਅਮੀਰ ਨੇ। ਜਿਹਦੇ ਕੋਲ ਕਿਤੇ ਕੋਈ ਸੋਨੇ ਦਾ ਕੋਈ ਐਸੇ ਹੋਏ, ਕੋਈ ਕਿਲੋ 2 ਕਿਲੋ ਸੋਨਾ ਹੀ ਉਹਦੇ ਕੋਲ ਆ ਜਾਏ, ਕਿਤੇ ਉਹਦਾ ਚਿਹਰਾ ਨਹੀਂ ਦੱਸੇਗਾ, ਉਹਦਾ ਤੇ ਸਾਰਾ ਸਰੀਰ ਹੀ ਦੱਸੇਗਾ ਵੀ ਇਹਦੇ ਕੋਲ ਕੁਝ ਹੈ। ਐਵੇਂ ਜਿਹਦੇ ਕੋਲ ਬੰਦਗੀ ਹੁੰਦੀ ਹੈ ਉਹ ਛੁਪ ਨਹੀਂ ਸਕਦਾ। ਸੂਰਜ ਕਦੇ ਛੁਪਿਆ ਨਹੀਂ ਸਾਸ। ਸੂਰਜ ਦੇ ਅੱਗੇ ਜਿੰਨੀਆਂ ਮਰਜ਼ੀਆਂ ਪੱਲੀਆਂ ਟੰਗਦੇ ਮਨੁੱਖ, ਜਿੰਨੇ ਮਰਜ਼ੀ ਯਤਨ ਕਰੇ, ਸੂਰਜ ਛੁਪੇਗਾ ਨਹੀਂ। ਜਿਹੜੀ ਬੰਦਗੀ ਮਨੁੱਖ ਕਰਦੇ ਨੇ, ਬੰਦਗੀ ਵਾਲੇ ਛੁਪਦੇ ਨਹੀਂ, ਪ੍ਰਗਟ ਹੋ ਜਾਂਦੇ ਨੇ। ਭਾਵੇਂ ਕਿ ਉਹਨਾਂ ਦੀ ਇੱਛਾ ਹੁੰਦੀ ਹੈ ਉਹ ਛੁਪ ਕੇ ਰਹਿਣ, ਭਾਵੇਂ ਕਿ ਉਹਨਾਂ ਦਾ ਦਿਲ ਇਹ ਕਰਦਾ ਹੈ ਅਸੀਂ ਛੁਪੇ ਰਹੀਏ, ਪਰ ਉਹ ਛੁਪਦੇ ਨਹੀਂ, ਪ੍ਰਗਟ ਹੋ ਜਾਂਦੇ ਨੇ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਛੁਪਦਾ ਨਹੀਂ ਹੈ। ਜਿਹੜਾ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ, ਉਹਦਾ ਚਿਹਰਾ ਦੱਸ ਦੇਗਾ ਇਹ ਕਿੱਥੇ ਪਹੁੰਚ ਗਿਆ। ਕਿਉਂਕਿ ਜਪਦਿਆਂ ਜਪਦਿਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਮਿਲ ਜਾਣਾ ਹੈ। ਜ਼ਿੰਦਗੀ ਦੀਆਂ ਜਿੰਨੀਆਂ ਮੁਸ਼ਕਲਾਂ ਨੇ ਉਹ ਅੰਦਰ ਹੀ ਨੇ। ਜਪਦਿਆਂ ਜਪਦਿਆਂ ਅੰਦਰੋਂ ਗਿਆਨ ਆ ਜਾਣਾ ਹੈ, ਬਿਲਕੁਲ ਸੋਝੀ ਪੈ ਜਾਣੀ ਹੈ। ਉਹ ਛਪੇਗਾ ਕਿਵੇਂ? ਕਿਉਂਕਿ ਬੰਦਗੀ ਕਰਨ ਵਾਲੇ ਮਨੁੱਖ ਦਾ ਚਿਹਰਾ ਕੁਝ ਹੋਰ ਹੈ, ਉਹਦੀ ਵੇਖਣੀ ਕੁਝ ਹੋਰ ਹੈ, ਉਹਦਾ ਤੁਰਨਾ ਕੁਝ ਹੋਰ ਹੈ, ਬੈਠਣਾ ਕੁਝ ਹੋਰ ਹੈ, ਉਹਦਾ ਖਾਣਾ ਵੀ ਅਲੱਗ ਹੈ, ਉਹਦਾ ਸੌਣਾ ਵੀ ਅਲੱਗ ਹੈ, ਸਭ ਕੁਝ ਅਲੱਗ ਹੈ, ਦੁਨੀਆ ਨਾਲੋਂ ਅਲੱਗ ਹੈ। ਇਹਨੂੰ ਬਾਣੀ ਕਹਿੰਦੀ ਭਗਤਾਂ ਕੀ ਚਾਲ ਨਿਰਾਲੀ। ਉਹਨਾਂ ਦੀ ਤੇ ਜ਼ਿੰਦਗੀ ਜਿਉਣ, ਜਿਹਨੇ ਗੁਰੂ ਦੀ ਗੱਲ ਮੰਨ ਲਈ ਹੈ ਉਹ ਦੁਨੀਆ ਜਿਵੇਂ ਥੋੜੀ ਨਾ ਜੀਵੇਗਾ। ਕਦੇ ਝੂਠ ਬੋਲਿਆ ਕਦੇ ਸੱਚ ਬੋਲਿਆ, ਐਵੇਂ ਥੋੜੀ ਨਾ ਜੀਵੇਗਾ। ਜਿਹੜਾ ਪਰਮੇਸ਼ਰ ਦੇ ਨਾਂ ਤੇ ਲੱਗ ਗਿਆ ਉਹਦਾ ਤੇ ਸਭ ਕੁਝ ਹੀ ਵੱਖਰਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਵੱਖਰਾ ਚੱਲੇਗਾ ਫਿਰ ਸਾਧ ਸੰਗਤ ਇਹ ਵੀ ਹੋਇਆ, ਜਿਨ੍ਹਾਂ ਪ੍ਰਭੂ ਦੀ ਬੰਦਗੀ ਕੀਤੀ ਹੈ, ਜਿਹੜੇ ਦੁਨੀਆ ਤੋਂ ਵੱਖਰੇ ਚੱਲੇ ਨੇ, ਦੁਨੀਆ ਨੇ ਅਕਸਰ ਉਹਨਾਂ ਨੂੰ ਵੱਟੇ ਹੀ ਮਾਰੇ ਨੇ। ਪਰਮੇਸ਼ਰ ਦੇ ਜਿਹੜੇ ਪਰਮੇਸ਼ਰ ਦੇ ਭਗਤ ਹੋਏ, ਕਿਉਂਕਿ ਦੁਨੀਆ ਇਹ ਚਾਹੁੰਦੀ ਹੈ ਸਾਡੇ ਨਾਲ ਕਿਉਂ ਨਹੀਂ ਚੱਲਦੇ। ਜਿਹੜਾ ਵੀ ਦੁਨੀਆ ਤੋਂ ਥੋੜਾ ਜਿਹਾ ਅਲੱਗ ਚੱਲਦਾ ਹੈ, ਦੁਨੀਆ ਨਾਲੋਂ ਨਾਲ ਉਹਨੂੰ ਕੈਚ ਕਰਨਾ ਚਾਹੁੰਦੀ ਹੈ, ਫੜਨਾ ਚਾਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਦਿਨ ਘਰੋਂ ਤੁਰੇ, ਲੋਕਾਂ ਨੇ ਕੁਰਾਈਆ ਕਿਹਾ ਉਹਨਾਂ ਨੂੰ, ਕਿਉਂਕਿ ਜਿਹੜੀ ਸਤਿਪੁਰਖ ਦੀ ਬੋਲ ਹੁੰਦੇ ਨੇ ਇੱਕਦਮ ਨਹੀਂ ਸਮਝ ਆਉਂਦੇ। ਆਪ ਜੀ ਨੂੰ ਮੈਂ ਕਈ ਵਾਰੀ ਕਿਹਾ, ਜਦੋਂ ਤਾਈਂ ਸਮਾਂ ਹੁੰਦਾ ਹੈ ਉਦੋਂ ਸਮਝ ਨਹੀਂ ਆਉਂਦੀ, ਜਦੋਂ ਸਮਝ ਆਉਂਦੀ ਹੈ ਉਦੋਂ ਸਮਾਂ ਲੰਘ ਜਾਂਦਾ। ਗੁਰੂ ਦੀ ਬਾਣੀ ਵੈਸੇ ਤੇ ਜਵਾਨੀ ਵਿੱਚ ਹੀ ਸਮਝ ਆਉਣੀ ਚਾਹੀਦੀ ਹੈ, ਜਾ ਕੇ ਕਿਤੇ ਬੁਢੇਪੇ ਵਿੱਚ ਬਾਣੀ ਤੇ ਇਹ ਕਹਿੰਦੀ ਹੈ, ਕਈ ਵਾਰੀ ਸਰੀਰ ਬਜ਼ੁਰਗ ਵੀ ਹੋ ਜਾਂਦਾ ਉਦੋਂ ਵੀ ਸਮਝ ਨਹੀਂ ਆਉਂਦੀ। ਬਿਰਧ ਭਇਓ ਸੂਝੈ ਨਹੀਂ, ਬਜ਼ੁਰਗ ਵੀ ਹੋ ਗਿਆ, ਬਜ਼ੁਰਗ ਹੁੰਦਿਆਂ ਵੀ ਸਾਰੀ ਉਮਰ ਉਹਦੇ ਵਿੱਚ ਹੀ ਕੱਢ ਦਿੱਤੀ। ਜਿਹੜੀ ਚੀਜ਼ 'ਚ ਲੱਗਿਆ, ਜਿਹੜੀ ਚੀਜ਼ 'ਚ ਧਿਆਨ ਲੱਗਿਆ ਸੀ ਉਹ 'ਚ ਹੀ ਕੱਢ ਦਿੱਤੀ। ਬਜ਼ੁਰਗ ਹੋ ਕੇ ਵੀ ਰੱਬ ਨੂੰ ਨਹੀਂ ਸਮਝ ਸਕਿਆ, ਏਡੇ ਵੱਡੇ ਪਸਾਰੇ ਨੂੰ ਬਜ਼ੁਰਗ ਹੋ ਕੇ ਵੀ ਨਹੀਂ ਸਮਝ ਸਕਿਆ, ਬਜ਼ੁਰਗ ਸਰੀਰ ਹੋ ਕੇ ਵੀ। ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚੇ ਆਨ। ਹੁਣ ਇਹ ਜਿਹੜੀ ਪੰਕਤੀ ਹੈ ਜਵਾਨਾਂ ਵਾਸਤੇ ਨਹੀਂ ਹੈ, ਗੁਰੂ ਤੇਗ ਬਹਾਦਰ ਜੀ ਨੇ ਇਹ ਪੰਕਤੀ ਸਿਰਫ ਬਜ਼ੁਰਗਾਂ ਵਾਸਤੇ ਲਿਖੀ ਹੈ। ਵੀ ਬਜ਼ੁਰਗ ਹੋ ਗਿਆ ਤਾਂ ਵੀ ਸਮਝ ਨਾ ਆਈ। ਹੁਣ ਮਹਾਰਾਜ ਕਹਿੰਦੇ ਨੇ ਹਰੀ ਦਾ ਜਿਹੜਾ ਭਗਤ ਹੈ ਉਹ ਪ੍ਰਗਟ ਹੋ ਜਾਂਦਾ ਹੈ, ਛੁਪਦਾ ਨਹੀਂ ਹੈ। ਕਿਉਂ? ਉਹਦੇ ਅੰਦਰ ਇੱਕ ਬੜਾ ਵੱਡਾ ਰਤਨ ਜਾਗ ਪੈਂਦਾ ਹੈ, ਬੜੀ ਵੱਡੀ ਜੋਤ ਹੈ। ਉੱਥੇ ਮੁਖ ਦੇ ਵਿੱਚੋਂ ਚੱਲਦਿਆਂ ਕਿਸੇ ਨੂੰ ਕੁਝ ਕਹਿਣ ਦੀ ਵੀ ਲੋੜ ਨਹੀਂ, ਉਹਦੀਆਂ ਅੱਖਾਂ ਹੀ ਬਹੁਤ ਕੁਝ ਉਧਾਰ ਕਰ ਦਿੰਦੇ ਨੇ ਦੁਨੀਆ ਦੀ। ਪਰ ਵਿਡੰਬਨਾ ਇਹ ਹੈ, ਪ੍ਰਭੂ ਦੇ ਭਗਤਾਂ ਦੀ ਸਮਝ ਦੁਨੀਆ ਨੂੰ ਬੜੀ ਲੇਟ ਲੱਗਦੀ ਹੈ। ਮੀਰਾ ਬਾਈ ਜਿਸ ਦਿਨ ਨਾਮ ਜਪਦੀ ਸੀ, ਉਸ ਦਿਨ ਉਹਦੇ ਘਰ ਵਾਲੇ ਨੇ ਘਰੋਂ ਧੱਕੇ ਮਾਰ ਕੇ ਬਾਹਰ ਕੱਢਿਆ, ਦੁਨੀਆ ਨੇ ਉਹਨੂੰ ਕੁਰਾਈਆ ਕਿਹਾ, ਜੰਗਲਾਂ ਦੇ ਵਿੱਚ ਉਹਨੂੰ ਰਹਿਣਾ ਪਿਆ। ਅੱਜ ਮੀਰਾ ਬਾਈ ਦੇ ਨਾਂ ਤੇ ਰਾਜਸਥਾਨ 'ਚ ਮੰਦਿਰ ਨੇ। ਕਾਰਨ ਕੀ ਹੈ? ਜਿਸ ਦਿਨ ਬੰਦਗੀ ਵਿੱਚ ਸੀ ਉਸ ਦਿਨ ਸਮਝ ਨਹੀਂ ਆਈ। ਦੁਨੀਆ ਥੋੜੀ ਲੇਟ ਸਮਝਦੀ ਹੈ। ਇਸ ਕਰਕੇ ਗੁਰੂ ਦੇ ਜਿਹੜੇ ਬੋਲ ਨੇ ਅੱਜ ਸਮਝ ਨਹੀਂ ਆਉਣਗੇ, ਸ਼ਾਇਦ ਸਮਾਂ ਵੀ ਨਿਕਲ ਜਾਏ ਫਿਰ ਵੀ ਸਮਝ ਨਾ ਆਉਣ। ਉਹ ਵੀ ਧੰਨ ਹੈ
घट्टो घट जिन्हों समझ ते आ गए, भावें बजुर्गी विच ही आए। हुण महाराज अंत दे विच कहिंदे ने, हर की भगत मुक्त बहु करे, नानक जन संग केते तरे। हरि की जिहड़ी भगती है उन्हें पता नहीं किन्नियां ही मनुखां नूं अज तक मुक्त किया है। और महाराज कहते जेडे नाम जपते ने उन्हां नाल एक नहीं, पता नहीं किन्ने ही तर गए। जिनी नाम ध्याया गए मशक्कत घाल, नानक ते मुख उजले कीती छुट्टी ना। आप ते वो तरे, पता नहीं किन्नियां नूं नाल होर तराया, पता नहीं किन्नियां दा भला होर किता। इस करके महाराज कहते ने, हर की भगत प्रभु की बंदगी ने अज तक करोड़ां मुक्तां नूं, करोड़ां लोकां नूं मुक्त किया है। और जेडे अज भी बंदगी करनगे वो भी मुक्त हो जाए। गल बंदगी दी है। और बाणी विच बार बार ये शब्द आउंदा है, कर बंदे तू बंदगी जिचर घट मैं साहो। मैं फिर बेनती करा जिहड़ी शुरू दे विच कीती है, गुरु दे बोल मनुख नूं सीधे समझ विच नहीं आउंदे, क्योंकि गुरु बड़ी उच्चे खलो के बोल रहे हैं, मनुख की बुद्धि बड़े छोटे ते है, बड़े छोटे काम दे। जिस दिन गुरु दे बोल सीधे समझ आउण लग जाण और मनुख उन्हां ते तुरन लग जाए, उदण ही जिंदगी सुहेली हो जाएगी। मैं फिर कह दिया, जो जो गुरु ने कहा है वो अनुभव दे विचों कहा है। जिन्ना जिन्ना ने उन्होंने अपनी जिंदगी विच लागू किया है, वो जिंदगी विच खुश होके गए ने। ये दुनिया का इतिहास दसदा है। इतिहास नूं पढ़ो। भगत ध्रुव नूं मुश्किल सी, भगत ध्रुव नूं ये मुश्किल सी, उहदे कोल पैसा नहीं सी, राज चाहिदा सी। एक ही गल उहदे गुरु ने कही, मां ने कही, नाम जप राज मिलदा है। गुरबाणी भी यही कहती है। मैं आप जी ने शायद उस दिन भी दसिया सी, महाराज जी की पंक्ति है, प्रभु का नाम जपद्या जपद्या प्रभ कै सिमरन रिद सिद्ध नौ निध। जे प्रभु की बंदगी करिए 9 निधियां मिल जांदियां ने, सिद्धियां मिल जांदियां ने। हुण ये जिहड़ा बचन है, ये साध संगत जी गुरु ने एवें नहीं कहा, महाराज ने पहला आप अनुभव किया है। फिर क्या, जाको मुश्किल अत बने ढोई कोई ना दे। ये गुरु ने अनुभव किया पहला। गुरु नूं पता है मुश्किल बनती ढोई देंदा ही कोई नहीं। उन्हें फिर नाल दी नाल तरीका भी दसिया, चित आवे उस पार ब्रह्म लगे ना तत्ती। ये तरीका भी दसिया नाल। हुण जे किते मनुख, मैं आप उस दिन साखी ये सुनाई सी, एक बाबा जी कमालीए वाले शायद उन्हों का नाम सी। उन्हों दे कोल किसी ने पूछा भी गुरबाणी विच किते ये भी कोई गल है भी जिहदे नाल मनुख कोल पैसा आ जाए। बिल्कुल है, महाराज की बंदगी बाणी कहती है, प्रभ कै सिमरन रिद सिद्ध नौ निध। उहदे नाल प्रभु की बंदगी करन दे नाल रिद्धियां सिद्धियां, कहते फिर चलो मैं करदा। वो मुसलमान परिवार च उन्हें शुरू की। 5-7 साल बाद उन्हें बाबा जी के कोल आया। कहते उन्हें वेख्या हत्थां दे विच सोना पाई फिरे, बड़े महंगे वस्त्र, गड्डियां ते चढ़ के आया लोकी उहदे नाल। कहते मैनू पहचानिया? कहते नहीं। कहते मैं वही सी जिहड़ा तुहाडे इत्थे लंगर वरताउंदा सी। कहते तू ये साजो समान है किवें? कहते ये जिहड़ी तुसीं पंक्ति दसी सी ना, ये सारा उहदा ही कमाल है। हुण जिन्हें लागू कर लिया। कहते तुसीं पंक्ति दसी सी, प्रभु की बंदगी दे नाल आ सारा कुछ मिल जाता है। मैं तो उस दिन का ही इनू जप रहा, बस उहदा ही कमाल है, अज इन्ना कुछ मेरे को है। कहते बस हुण अगली गल दसो भी मैनू ज्ञान भी मिल जाए। कहते बस हुण अगली पंक्ति पढ़ लै, प्रभ कै सिमरन रिद सिद्ध नौ निध, प्रभ कै सिमरन ज्ञान ध्यान तत् बुद्ध। बस ये पढ़ अगली। साध संगत ਉਹਦੇ ਕੋਲ ਇਹ चीज़ क्यों आई? कारण पता है की सी? उन्हें लागू कर ली जिंदगी शुरू कर दिता। जेड़ा शुरू कर दे ਉਹਦੇ ਕੋਲ है, जिन्हें नहीं शुरू करना सारी जिंदगी सुनी जाए कुछ नहीं होना। इस करके महाराज जी कहते ने, प्रभु की बंदगी ने अज तक करोड़ों लोगों को मुक्त किया। ध्रुव नूं किया, प्रहलाद नूं किया, गणका नूं किया, कुबिजा नूं किया, अजामल नूं किया। किन्ने ही अज तक किन्ने ही महाराज की बाणी ने प्रमाण दिते ने। और भगत धन्ना जी ना, साध संगत गुरबाणी में आउंदा है, जिस दिन भगत धन्ना जी ने सुनिया ना, बंदगी करन दे नाल रविदास नूं बड़ी वड्डी
ਦੁਨੀਆ 'ਚ ਮਾਣ ਮਰਿਆਦਾ ਮਿਲੀ, ਨਾਮਦੇਵ ਤਰ ਗਿਆ, ਤਰਲੋਚਨ ਤਰ ਗਿਆ। ਕਹਿੰਦੇ ਉਸ ਦਿਨ ਇਹ ਜਦੋਂ ਇਹਨਾਂ ਨੇ ਸੁਣੀਆਂ ਨਾ ਇਹ ਕਥਾਵਾਂ, ਕਹਿੰਦੇ ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਗਾ। ਕਹਿੰਦਾ ਮਨਾ ਤੂੰ ਵੀ ਜਪ, ਜੇ ਉਹ ਤਰ ਗਏ ਨੇ ਤੇਰੀ ਕਿਹੜਾ ਅੱਖਾਂ ਘੱਟ ਨੇ, ਜ਼ਬਾਨ ਤੇ ਤੇਰੇ ਵੀ ਹੈ, ਤੂੰ ਕਿਉਂ ਨਹੀਂ ਨਾਮ ਜਪ ਸਕਦਾ। ਕਹਿੰਦੇ ਉਸ ਦਿਨ ਸੁਣਿਆ, ਉਸ ਦਿਨ ਹੀ ਸ਼ੁਰੂ ਕਰ ਦਿੱਤਾ। ਜੇ ਕਿਤੇ ਪਰਮਾਤਮਾ ਤਰਸ ਕਰੇ, ਬੰਦਗੀ ਦੀ ਦਾਤ ਮਨੁੱਖ ਨੂੰ ਬਖਸ਼ੇ। ਗੁਰੂ ਸਾਹਿਬ ਕਹਿੰਦੇ ਨੇ ਪ੍ਰਭੂ ਦੀ ਬੰਦਗੀ ਮਨੁੱਖ ਨੂੰ ਮੁਕਤ ਕਰ ਦਿੰਦੀ ਹੈ ਟੈਨਸ਼ਨਾਂ ਤੋਂ।